ਹੈਲੋ ਡੀਅਰ ਸਟੂਡੈਂਟ, ਪਹਿਲਾਂ ਅਸੀਂ ਕਾਵ ਕਥਾ ਸੰਵੇਦਨਾ ਵਿੱਚ ਦਰਜ ਕਹਾਣੀ ਸੱਗੀ ਫੁੱਲ ਜੋ ਕਿ ਪ੍ਰੋਫੈਸਰ ਗੁਰਦਿਆਲ ਸਿੰਘ ਜੀ ਦੀ ਰਚਨਾ ਹੈ ਦੇ ਪੇਜ ਨੰਬਰ 40 ਦੀ ਰੀਡਿੰਗ ਕਰ ਚੁੱਕੇ ਹਾਂ ਅਤੇ ਅੱਜ ਅਸੀਂ ਪੇਜ ਨੰਬਰ 41, 42 ਅਤੇ 43 ਦੀ ਰੀਡਿੰਗ ਕਰਨੀ ਹੈ। ਪਰ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਜੋ ਅਸੀਂ ਪੇਜ ਨੰਬਰ 40 ਪੜ੍ਹ ਚੁੱਕੇ ਹਾਂ ਉਸ ਸੰਬੰਧੀ ਸੰਖੇਪ ਵਿੱਚ ਜਾਣਕਾਰੀ ਦੇਵਾਂਗੀ। ਓਕੇ ਸਟੂਡੈਂਟ, ਸੱਗੀ ਫੁੱਲ ਕਹਾਣੀ ਵਿੱਚ ਕਹਾਣੀਕਾਰ ਨੇ ਈਸਰ ਨਾਂ ਦੇ ਛੋਟੇ ਜਿਹੇ ਕਿਸਾਨ ਅਤੇ ਉਸ ਦੀ ਪਤਨੀ ਮੁੰਨੋ ਦੇ ਜੀਵਨ ਬਾਰੇ ਦੱਸਿਆ ਹੈ। ਕਹਾਣੀ ਵਿੱਚ ਅਸੀਂ ਪੜ੍ਹਦੇ ਹਾਂ ਕਿ ਜਦੋਂ ਈਸਰ ਦੀ ਭੈਣ ਆਪਣੇ ਮੁੰਡੇ ਦੇ ਵਿਆਹ ਦੀ ਭੇਲੀ ਦੇ ਕੇ ਗਈ ਸੀ ਤਾਂ ਉਸ ਦਿਨ ਤੋਂ ਹੀ ਮੁੰਨੋ ਨੇ ਇਹੀ ਰੈਸਾ ਪਾਇਆ ਹੋਇਆ ਸੀ ਕਿ ਜੇਕਰ ਵਿਆਹ ਜਾਣਾ ਹੈ ਤਾਂ ਗੱਜ ਵੱਜ ਕੇ ਜਾਣਾ ਹੈ, ਕਿਉਂਕਿ ਉਸ ਨੂੰ ਆਪਣੀ ਗੁਆਂਢਣ ਬਚਨੀ ਦੀ ਬੇਬੇ ਦੇ ਮੂੰਹੋਂ ਇਹ ਪਤਾ ਲੱਗਾ ਸੀ ਕਿ ਉਸ ਦੀ ਜਠਾਣੀ ਸਾਰੇ ਪਿੰਡ ਵਿੱਚ ਗੁੱਡਾ ਬੰਨੀ ਫਿਰਦੀ ਹੈ ਕਿ ਜਦੋਂ ਮੁੰਨੋ ਤੇ ਈਸਰ ਨੇ ਅੱਡ ਹੋਣਾ ਸੀ ਤਾਂ ਉਸ ਸਮੇਂ ਉਹ ਦੋਵੇਂ ਤੀਵੀਂ ਮਾਲਕ ਦੁੰਬ ਚੁੱਕੀ ਫਿਰਦੇ ਸਨ ਕਿਉਂਕਿ ਜਾਇਦਾਦ ਵੰਡਾਉਣੀ ਸੀ। ਪਰ ਹੁਣ ਉਹਨਾਂ ਨੂੰ ਪਤਾ ਲੱਗੇਗਾ ਜਦ ਨਨਾਣ ਦੇ ਮੁੰਡੇ ਦੇ ਵਿਆਹ ਤੇ ਬਰਾਬਰ ਦਾ ਝੁੱਗਾ ਲਟਾਉਣਾ ਪਵੇਗਾ। ਤੇ ਜਦੋਂ ਉਹ ਇਹ ਸਾਰੀਆਂ ਗੱਲਾਂ ਈਸਰ ਨੂੰ ਦੱਸਦੀ ਹੈ ਤਾਂ ਉਸ ਦਾ ਚਿੱਤ ਵੀ ਭੈੜਾ ਪੈ ਜਾਂਦਾ ਹੈ। ਓਕੇ ਸਟੂਡੈਂਟ, ਇੱਥੇ ਤੱਕ ਪਹਿਲਾਂ ਅਸੀਂ ਰੀਡਿੰਗ ਕਰ ਚੁੱਕੇ ਸੀ। ਹੁਣ ਇਸ ਤੋਂ ਬਾਅਦ ਅਸੀਂ ਪੇਜ ਨੰਬਰ 41 ਦੀ ਰੀਡਿੰਗ ਸ਼ੁਰੂ ਕਰਨੀ ਹੈ। ਸਭ ਤੋਂ ਪਹਿਲਾਂ ਅਸੀਂ ਇਸ ਪੇਜ ਦੇ ਉੱਪਰ ਆਏ ਹੋਏ ਔਖੇ ਸ਼ਬਦਾਂ ਦੇ ਅਰਥ ਡਿਸਕਸ ਕਰਾਂਗੇ। ਠੀਕ ਹੈ, ਫਸਟ ਵਰਡ ਦੇਖੋ, ਮਾਰੂ। ਇਸ ਦਾ ਅਰਥ ਹੈ ਜਿੱਥੇ ਪਾਣੀ ਦੀ ਮਾਰ ਪੈਂਦੀ ਹੋਵੇ। ਠੀਕ ਹੈ, ਕਲਾਪਾ ਇਕੱਲਾ, ਵਾਹੀ ਬੀਜੀ ਖੇਤੀ ਕਰਨੀ, ਵਾਧੂ ਖਰਚ ਸਹੇੜਨਾ, ਵਧੇਰੇ ਖਰਚ ਕਰਨਾ। ਨੈਕਸਟ ਵਰਡ ਹੈ ਅੱਡੀਆਂ ਚੁੱਕ ਕੇ ਫਾਹਾ ਲੈਣ ਵਾਲੀ ਗੱਲ। ਇਸ ਦਾ ਅਰਥ ਹੈ ਆਪਣੀ ਪਹੁੰਚ ਤੋਂ ਬਾਹਰ ਹੋ ਕੇ ਕੰਮ ਕਰਨਾ। ਵਾਹ ਨਾ ਜਾਂਦੀ, ਪੇਸ਼ ਨਾ ਚੱਲਦੀ, ਨਮੋਸ਼ੀ ਝੱਲਣੀ, ਬੇਇੱਜ਼ਤੀ ਬਰਦਾਸ਼ਤ ਕਰਨੀ। ਨੈਕਸਟ ਵਰਡ ਦੇਖੋ, ਢਿੱਲਾ ਵੇਖ ਕੇ, ਉਦਾਸ ਵੇਖ ਕੇ, ਝਾਕਦਿਆਂ ਵੇਖਦਿਆਂ, ਗੁੱਝੀ ਗੱਲ, ਭੇਦ ਭਰੀ ਗੱਲ, ਖਾਸਾ ਚਿਰ, ਕਾਫੀ ਸਮਾਂ। ਨੈਕਸਟ ਦੇਖੋ, ਬੀਜ, ਤਿਉਰ। ਤਿਉਰ ਦਾ ਅਰਥ ਹੈ ਕੱਪੜੇ। ਸਕਤਾ ਮਾਰ ਗਿਆ, ਇਸ ਦਾ ਅਰਥ ਹੈ ਜਵਾਬ ਨਾ ਦੇ ਸਕਿਆ। ਖੀਸੇ ਜੇਬ, ਭੋਰਾ ਸਿਉਣਾ, ਥੋੜਾ ਜਿਹਾ ਸੋਨਾ। ਨੈਕਸਟ ਵਰਡ ਹੈ ਸਲੱਗ, ਸਿਆਣਾ। ਅੱਖਾਂ ਲਿਸ਼ਕ ਪਈਆਂ, ਉਮੀਦ ਭਰੀ ਖੁਸ਼ੀ ਝਲਕਣੀ। ਢਿੱਗ ਆ ਡਿੱਗੀ ਹੋਵੇ, ਪਹਾੜ ਆ ਡਿੱਗਾ, ਭਾਵ ਕਿ ਮੁਸੀਬਤ ਆ ਪੈਣੀ। ਜੱਕੋ ਤੱਕੀ, ਦੁਚਿੱਤੀ। ਹੁਣ ਇਸ ਤੋਂ ਬਾਅਦ ਅਸੀਂ ਪੇਜ ਨੰਬਰ 41 ਦੀ ਰੀਡਿੰਗ ਸ਼ੁਰੂ ਕਰਨੀ ਹੈ। ਜੋ ਇਸ ਦਾ ਫਸਟ ਪੈਰਾ ਹੈ, ਇਸ ਦੀਆਂ 2 ਲਾਈਨਾਂ ਪੇਜ ਨੰਬਰ 40 ਤੇ ਹਨ। ਮੁੰਨੋ ਤੋਂ ਘਰ ਦੀ ਹਾਲਤ ਗੁੱਝੀ ਨਹੀਂ ਸੀ। ਭਰਾ ਨਾਲੋਂ ਅੱਡ ਹੋਣ ਵੇਲੇ ਈਸਰ ਦੇ ਵਿਆਰ, ਹੁਣ ਇੱਥੇ ਸਪੈਲਿੰਗ ਗਲਤ ਦਿੱਤੇ ਨੇ, ਈਸਰ ਦੇ ਵਿਆਹ ਵਰਡ ਆਏਗਾ। ਠੀਕ ਹੈ, ਰਾਰਾ ਕੱਟ ਕਰਕੇ ਕੀ ਲਿਖਣਾ ਸੀ, ਹਾਹਾ। ਵਿਆਹ ਲਈ ਕਰਜ਼ੇ ਉੱਤੇ ਉਹਦਾ ਗੂਠਾ ਲਵਾ ਕੇ ਫੇਰ ਈਸਰ ਦੀ ਭਰਜਾਈ ਨੇ ਭਾਂਡੇ ਚੁੱਕਣ ਦਿੱਤੇ ਸਨ। ਪੈਲੀ ਵੀ ਅੱਧਿਓਂ ਬਹੁਤੀ ਮਾਰੂ ਦਿੱਤੀ ਸੀ। ਕਲਾਪਾ ਹੋਣ ਕਰਕੇ ਚੱਜ ਨਾਲ ਉਹ ਵੀ ਵਾਹੀ ਬੀਜੀ ਨਹੀਂ ਸੀ ਜਾਂਦੀ। ਉੱਤੋਂ ਕਰਜ਼ਾ ਹੋਰ ਵਧੀ ਜਾਂਦਾ ਸੀ। ਇਸੇ ਕਰਕੇ ਹੋਰ ਕੋਈ ਵਾਧੂ ਖਰਚ ਸਹੇੜਨਾ ਉਹਨੂੰ ਅੱਡੀਆਂ ਚੁੱਕ ਕੇ ਫਾਹਾ ਲੈਣ ਵਾਲੀ ਗੱਲ ਲੱਗਦੀ ਸੀ। ਮੁੰਨੋ ਵੀ ਚਿੱਤੋਂ ਉਹਨੂੰ ਦੁਖੀ ਕਰਕੇ ਰਾਜੀ ਨਹੀਂ ਸੀ। ਪਰ ਜਦੋਂ ਜਠਾਣੀ ਦੇ ਤਾਹਨੇ ਮਿਹਣੇ ਸੁਣਦੀ ਤਾਂ ਉਹਦੀ ਕੋਈ ਵਾਹ ਨਾ ਜਾਂਦੀ। ਜੱਗ ਭਾਵੇਂ ਕਿਸੇ ਨਹੀਂ ਜਿੱਤਿਆ, ਪਰ ਨਮੋਸ਼ੀ ਝੱਲਣੀ ਵੀ ਕਿਹੜਾ ਸੌਖੀ ਸੀ। ਹੁਣ ਦੇਖੋ, ਇਸ ਪੈਰੇ ਵਿੱਚ ਇਹ ਸਪਸ਼ਟ ਕੀਤਾ ਗਿਆ ਹੈ ਕਿ ਜਦੋਂ ਈਸਰ ਆਪਣੇ ਭਰਾ ਨਾਲੋਂ ਵੱਖ ਹੋਇਆ ਸੀ ਤਾਂ ਉਸ ਸਮੇਂ ਉਸ ਦੀ ਭਰਜਾਈ ਨੇ ਕੀ ਕੀਤਾ ਸੀ ਕਿ ਜੋ ਕਰਜ਼ਾ ਉਸ ਦੇ ਵਿਆਹ ਉੱਪਰ
ਲਿਆ ਗਿਆ ਸੀ, ਪਹਿਲਾਂ ਉਸ ਦੇ ਉੱਪਰ ਅੰਗੂਠਾ ਲਗਵਾਇਆ ਗਿਆ ਸੀ। ਠੀਕ ਹੈ, ਭਾਵ ਕਿ ਹੁਣ ਉਹ ਕਰਜ਼ਾ ਈਸਰ ਹੀ ਚੁਕਾਏਗਾ। ਤੇ ਫਿਰ ਉਸ ਦੀ ਭਰਜਾਈ ਨੇ ਭਾਂਡੇ ਚੁੱਕਣ ਦਿੱਤੇ ਸਨ। ਤੇ ਇੱਥੋਂ ਤੱਕ ਕਿ ਜੋ ਉਹਨਾਂ ਨੂੰ ਜ਼ਮੀਨ ਦਿੱਤੀ ਗਈ ਸੀ ਉਹ ਵੀ ਮਾਰੂ ਦਿੱਤੀ ਗਈ ਸੀ, ਜਿੱਥੇ ਕਿ ਸਿੰਜਾਈ ਦਾ ਕੋਈ ਖਾਸ ਪ੍ਰਬੰਧ ਨਹੀਂ ਸੀ। ਤੇ ਇਸ ਦੇ ਨਾਲ ਹੀ ਈਸਰ ਇਕੱਲਾ ਸੀ। ਠੀਕ ਹੈ, ਜਿਸ ਕਾਰਨ ਉਸ ਦੇ ਕੋਲ ਉਸ ਮਾਰੂ ਜ਼ਮੀਨ ਦੇ ਉੱਪਰ ਚੰਗੀ ਤਰ੍ਹਾਂ ਖੇਤੀ ਵੀ ਨਹੀਂ ਕੀਤੀ ਜਾਂਦੀ ਸੀ। ਕਰਜ਼ਾ ਹੋਰ ਵੱਧਦਾ ਜਾ ਰਿਹਾ ਸੀ। ਤੇ ਇਹੀ ਕਾਰਨ ਸੀ ਕਿ ਈਸਰ ਆਪਣੀ ਪਹੁੰਚ ਤੋਂ ਬਾਹਰ ਹੋ ਕੇ ਵਾਧੂ ਖਰਚ ਨਹੀਂ ਕਰਨਾ ਚਾਹੁੰਦਾ ਸੀ। ਦੂਜੇ ਪਾਸੇ ਮੁੰਨੋ ਕੋਲੋਂ ਵੀ ਆਪਣੇ ਘਰ ਦੀ ਆਰਥਿਕ ਹਾਲਤ ਲੁਕੀ ਨਹੀਂ ਸੀ, ਇਸ ਲਈ ਉਹ ਆਪਣੇ ਪਤੀ ਨੂੰ ਦਿਲੋਂ ਦੁਖੀ ਨਹੀਂ ਕਰਨਾ ਚਾਹੁੰਦੀ ਸੀ। ਪਰ ਜਦੋਂ ਆਪਣੀ ਜਠਾਣੀ ਦੇ ਤਾਨੇ ਮਿਹਣੇ ਸੁਣਦੀ ਸੀ ਤਾਂ ਉਸ ਦੀ ਕੋਈ ਪੇਸ਼ ਨਹੀਂ ਜਾਂਦੀ ਸੀ। ਜਿਵੇਂ ਕਿ ਕਿਹਾ ਜਾਂਦਾ ਹੈ ਕਿ ਜੱਗ ਭਾਵੇਂ ਕਿਸੇ ਨਹੀਂ ਜਿੱਤਿਆ, ਕਿ ਬੇਸ਼ੱਕ ਸੰਸਾਰ ਦੇ ਅਨੁਸਾਰ ਨਹੀਂ ਚੱਲਿਆ ਜਾਂਦਾ, ਪਰ ਕੋਈ ਵੀ ਇਨਸਾਨ ਆਪਣੀ ਬੇਇੱਜ਼ਤੀ ਵੀ ਬਰਦਾਸ਼ਤ ਨਹੀਂ ਕਰ ਸਕਦਾ। ਠੀਕ ਹੈ, ਨੈਕਸਟ ਦੇਖੋ। ਚੰਗਾ ਫਿਰ ਐਂ ਕਰ, ਈਸਰ ਨੂੰ ਢਿੱਲਾ ਵੇਖ ਕੇ ਮੁੰਨੋ ਨੇ ਕੁਝ ਸੋਚ ਕੇ ਕਿਹਾ, ਤੂੰ ਮੁੰਡੇ ਦੇ ਕੱਪੜੇ ਲੀੜੇ ਬਣਵਾ ਲਿਆ, ਹੋਰ ਸਾਰਾ ਮੈਂ ਆਪੇ ਸਾਰ ਲਊਂ। ਆਪੇ ਸਾਰ ਲਏਂਗੀ? ਈਸਰ ਨੇ ਹੈਰਾਨੀ ਨਾਲ ਉਹਦੇ ਮੂੰਹ ਵੱਲ ਝਾਕਦਿਆਂ ਕਿਹਾ, ਆਹੋ ਮੈਂ ਆਪੇ ਸਾਰ ਲਊਂ। ਕੁਝ ਮਾਣ ਜਿਹੇ ਨਾਲ ਮੁੰਨੋ ਨੇ ਅੱਗੋਂ ਜਵਾਬ ਦਿੱਤਾ ਤੇ ਉੱਠ ਕੇ ਆਪਣੇ ਕੰਮ ਜਾ ਲੱਗੀ। ਈਸਰ ਇਸ ਗੁੱਝੀ ਗੱਲ ਬਾਰੇ ਖਾਸਾ ਚਿਰ ਸੋਚਦਾ ਰਿਹਾ, ਪਰ ਉਹਨੂੰ ਕੋਈ ਸਮਝ ਨਾ ਆਈ। ਹੁਣ ਦੇਖੋ ਸਟੂਡੈਂਟ, ਇੱਥੇ ਦੱਸਿਆ ਗਿਆ ਹੈ ਕਿ ਜਦੋਂ ਮੁੰਨੋ ਆਪਣੇ ਪਤੀ ਨੂੰ ਉਦਾਸ ਵੇਖਦੀ ਹੈ ਤਾਂ ਉਸ ਸਮੇਂ ਉਹ ਥੋੜ੍ਹਾ ਸੋਚ ਕੇ ਇਹ ਸਲਾਹ ਦਿੰਦੀ ਹੈ ਕਿ ਉਹ ਸਿਰਫ ਮੁੰਡੇ ਦੇ ਲੀੜੇ ਕੱਪੜੇ ਬਣਵਾ ਲਿਆਏ ਤੇ ਬਾਕੀ ਜੋ ਖਰਚ ਆਵੇਗਾ ਉਹ ਖੁਦ ਹੀ ਸਾਰ ਲਵੇਗੀ। ਇਹ ਗੱਲ ਸੁਣਦਿਆਂ ਹੀ ਈਸਰ ਕੁਝ ਹੈਰਾਨ ਹੋ ਜਾਂਦਾ ਹੈ। ਠੀਕ ਹੈ, ਪਰ ਉਸ ਨੂੰ ਇਸ ਭੇਦ ਭਰੀ ਗੱਲ ਬਾਰੇ ਕੁਝ ਸਮਝ ਨਹੀਂ ਆਉਂਦੀ ਤੇ ਉਹ ਕਾਫੀ ਸਮਾਂ ਸੋਚਦਾ ਰਹਿੰਦਾ ਹੈ। ਕਿਹੜੀ ਭੇਦ ਭਰੀ ਗੱਲ? ਕਿ ਮੁੰਨੋ ਖੁਦ ਬਾਕੀ ਦਾ ਖਰਚਾ ਕਿੱਥੋਂ ਕਰੇਗੀ। ਠੀਕ ਹੈ, ਨੈਕਸਟ ਦੇਖੋ। ਅਗਲੇ ਦਿਨ ਈਸਰ ਨੇ ਮੰਡੀਓਂ ਬੀ ਲੈਣ ਜਾਣਾ ਸੀ। ਜਦੋਂ ਉਹ ਤੁਰਨ ਲੱਗਿਆ ਤਾਂ ਮੁੰਨੋ ਨੇ ਉਹਨੂੰ ਅੰਦਰ ਸੱਦ ਲਿਆ। ਸੰਦੂਕ ਕੋਲ ਜਾ ਉਸ ਆਪਣੀ ਸੱਗੀ ਈਸਰ ਨੂੰ ਫੜਾਉਂਦਿਆਂ ਕਿਹਾ, ਲੈ ਫੜ, ਇਹਦੇ ਬਣਾ ਕੇ ਨਵੇਂ ਫੈਸ਼ਨ ਦੇ ਕਾਂਟੇ ਕਰਾ ਲਿਆਈ, ਜਿਹੋ ਜਿਹੇ ਹਰੋ ਨੇ ਬਹੂ ਵਾਸਤੇ ਕਰਾਏ ਸੀ। ਬਹੂ ਦਾ ਤਿਉਰ ਮੈਂ ਆਪੇ ਘਰੋਂ ਜੋੜ ਦਊਂ। ਈਸਰ ਨੂੰ ਜਿਵੇਂ ਸਕਤਾ ਮਾਰ ਗਿਆ। ਉਹ ਖਾਸਾ ਚਿਰ ਕਦੇ ਸੱਗੀ ਵੱਲ ਤੇ ਕਦੇ ਮੁੰਨੋ ਦੀਆਂ ਅੱਖਾਂ ਵੱਲ ਝਾਕਦਾ ਰਿਹਾ। ਹੁਣ ਇੱਥੇ ਇਹ ਦੱਸਿਆ ਗਿਆ ਹੈ ਕਿ ਜਦੋਂ ਈਸਰ ਅਗਲੇ ਦਿਨ ਮੰਡੀ ਬੀ ਲੈਣ ਵਾਸਤੇ ਜਾ ਰਿਹਾ ਸੀ ਤਾਂ ਉਸ ਸਮੇਂ ਮੁੰਨੋ ਨੇ ਈਸਰ ਨੂੰ ਅੰਦਰ ਬੁਲਾ ਲਿਆ ਅਤੇ ਉਹ ਸੰਦੂਕ ਵਿੱਚੋਂ ਆਪਣੀ ਸੱਗੀ ਕੱਢ ਲਿਆਈ। ਠੀਕ ਹੈ, ਤੇ ਸੱਗੀ ਫੜਾਉਂਦੇ ਹੋਏ ਉਸਨੇ ਈਸਰ ਨੂੰ ਕਿਹਾ ਕਿ ਉਹ ਇਸ ਸੱਗੀ ਨੂੰ ਬਣਾ ਕੇ ਨਵੇਂ ਫੈਸ਼ਨ ਦੇ ਕਾਂਟੇ ਬਣਵਾ ਲਿਆਵੇ। ਹੁਣ ਇਹ ਕਾਂਟੇ ਕਿਸ ਦੇ ਵਰਗੇ ਬਣਵਾ ਲਿਆਏ? ਜਿਹੋ ਜਿਹੇ ਪਿੰਡ ਦੀ ਕੋਈ ਔਰਤ ਦਾ ਨਾਮ ਆਇਆ ਹਰੋ। ਠੀਕ ਹੈ, ਉਸਨੇ ਆਪਣੀ ਬਹੂ ਵਾਸਤੇ ਬਣਾਏ ਸਨ। ਤੇ ਨਾਲ ਹੀ ਮੁੰਨੋ ਆਪਣੇ ਪਤੀ ਈਸਰ ਨੂੰ ਇਹ ਵੀ ਆਖਦੀ ਹੈ ਕਿ ਉਹ ਬਹੂ ਦਾ ਤਿਉਰ ਭਾਵ ਕੱਪੜੇ ਜੋ ਹਨ ਉਹ ਖੁਦ ਘਰੋਂ ਲਗਾ ਲਵੇਗੀ। ਠੀਕ ਹੈ, ਜਦੋਂ ਈਸਰ ਮੁੰਨੋ ਦੀ ਸੱਗੀ ਤੁੜਾਉਣ ਵਾਲੀ ਗੱਲ ਸੁਣਦਾ ਹੈ ਤਾਂ ਉਸ ਨੂੰ ਸਕਤਾ ਮਾਰ ਜਾਂਦਾ ਹੈ। ਉਸ ਨੂੰ ਕੋਈ ਜਵਾਬ ਨਹੀਂ ਔੜਦਾ, ਇਸ ਲਈ ਉਹ ਖਾਸਾ ਚਿਰ ਕਾਫੀ ਸਮਾਂ ਕਦੇ ਸੱਗੀ ਵੱਲ ਵੇਖਦਾ ਹੈ ਤੇ ਕਦੇ ਮੁੰਨੋ ਦੀਆਂ ਅੱਖਾਂ ਵੱਲ। ਹੁਣ ਦੇਖੋ ਬੇਟਾ, ਇੱਥੇ ਨਾਲ ਹੀ ਸਪਸ਼ਟ ਕੀਤਾ ਗਿਆ ਹੈ ਕਿ ਮੁੰਨੋ ਨੇ ਸਿਰਫ ਈਸਰ ਨੂੰ ਭਨਾਉਣ ਦੇ ਲਈ ਸੱਗੀ ਦਿੱਤੀ ਹੈ, ਜੋ ਦੋਵਾਂ ਪਾਸਿਆਂ ਦੇ ਉੱਪਰ ਛੋਟੇ ਛੋਟੇ ਫੁੱਲ ਹੁੰਦੇ ਹਨ ਉਹ ਨਹੀਂ ਦਿੱਤੇ। ਠੀਕ ਹੈ, ਸਿਰਫ ਸੱਗੀ ਦਾ ਜੋ ਸੈਂਟਰ ਵਾਲਾ ਪਾਰਟ ਹੈ, ਵਿਚਕਾਰਲਾ ਹਿੱਸਾ, ਉਹੀ ਵੇਚਣ ਲਈ ਦਿੱਤਾ ਹੈ। ਠੀਕ ਹੈ, ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਹੈ। ਨੈਕਸਟ ਦੇਖੋ, ਝਾਕਦਾ ਕੀ ਹੈ? ਇਸ ਗੱਲ ਦੀ ਕਾਹਦੀ ਨਮੋਸ਼ੀ ਹੈ? ਮੁੰਨੋ ਨੇ ਸੱਗੀ ਈਸਰ ਦੇ ਖੀਸੇ ਵਿੱਚ ਪਾਉਂਦਿਆਂ ਕਿਹਾ, ਆਪਦੀ ਇੱਜ਼ਤ ਪਿੱਛੇ ਲੋਕ ਦੇਹਾਂ ਵੇਚ ਦਿੰਦੇ ਐ, ਇਹ ਤਾਂ ਭੋਰਾ ਸਿਉਣਾ ਹੈ। ਜਿਉਂਦਾ ਰਹੇ ਮੇਰਾ ਸ਼ੇਰ, ਸਲੱਗ ਨਿਕਲਿਆ ਤਾਂ ਸੱਗੀਆਂ ਹੋਰ ਬਥੇਰੀਆਂ। ਇਹ ਕਹਿੰਦਿਆਂ ਉਹਨੇ ਵਿਹੜੇ ਵਿੱਚ ਗਡੀਰਾ ਰੋੜੀ ਮੱਖਣ ਵੱਲ ਤੱਕਿਆ ਤੇ ਉਹਦੀਆਂ ਅੱਖਾਂ ਲਿਸ਼ਕ ਪਈਆਂ। ਈਸਰ ਨੀਵੀਂ ਪਾਈ ਖੜੋਤਾ ਰਿਹਾ। ਉਹਨੂੰ ਜਾਪਿਆ ਜਿਵੇਂ ਉਹਦੇ ਉੱਤੇ ਕੋਈ ਢਿੱਗ ਆ ਡਿੱਗੀ ਹੋਵੇ। ਉਹਦਾ ਸਾਹ ਘੁੱਟ ਰਿਹਾ ਸੀ, ਪਰ ਮੁੰਨੋ ਨੇ
ਉਹਨੂੰ ਬਾਹੋਂ ਫੜ ਕੇ ਬਾਹਰ ਲੈ ਆਂਦਾ ਤੇ ਬੂਹੇ ਤਾਈਂ ਛੱਡ ਆਈ। ਈਸਰ ਜੱਕੋ ਤੱਕੀ ਵਿੱਚ ਮੰਡੀ ਦੇ ਰਾਹ ਪੈ ਗਿਆ। ਹੁਣ ਇਸ ਤੋਂ ਬਾਅਦ ਦੇਖੋ, ਜਦੋਂ ਈਸਰ ਕਦੇ ਸੱਗੀ ਵੱਲ ਅਤੇ ਕਦੇ ਮੁੰਨੋ ਦੀਆਂ ਅੱਖਾਂ ਵੱਲ ਵੇਖਦਾ ਹੈ ਤਾਂ ਉਸ ਸਮੇਂ ਮੁੰਨੋ ਆਪਣੇ ਪਤੀ ਨੂੰ ਹੌਸਲਾ ਦਿੰਦੀ ਹੈ। ਕੀ ਆਖਦੀ ਹੈ ਕਿ ਲੋਕ ਤਾਂ ਆਪਣੀ ਇੱਜ਼ਤ ਨੂੰ ਬਚਾਉਣ ਦੀ ਖਾਤਰ ਆਪਣੀਆਂ ਦੇਹਾਂ ਵੇਚ ਦਿੰਦੇ ਹਨ, ਆਪਣਾ ਆਪ ਵਾਰ ਦਿੰਦੇ ਹਨ, ਤੇ ਇਹ ਤਾਂ ਸਿਰਫ ਥੋੜ੍ਹਾ ਜਿਹਾ ਸੋਨਾ ਹੈ। ਤੇ ਨਾਲ ਹੀ ਉਹ ਆਪਣੇ ਪੁੱਤਰ ਮੱਖਣ ਵੱਲ ਇਸ਼ਾਰਾ ਕਰਦੇ ਹੋਏ ਆਖਦੀ ਹੈ ਕਿ ਜੇਕਰ ਉਸ ਦਾ ਪੁੱਤਰ ਸਲੱਗ ਨਿਕਲਿਆ, ਭਾਵ ਸਿਆਣਾ ਨਿਕਲਿਆ, ਤਾਂ ਉਹ ਹੋਰ ਸੱਗੀਆਂ ਬਣਾ ਲਵੇਗਾ। ਠੀਕ ਹੈ। ਤੇ ਇਸ ਤਰ੍ਹਾਂ ਆਖਦਿਆਂ ਹੀ ਜਿਵੇਂ ਉਸ ਦੀਆਂ ਅੱਖਾਂ ਵਿੱਚ ਇੱਕ ਉਮੀਦ ਭਰੀ ਖੁਸ਼ੀ ਝਲਕ ਪਈ ਸੀ। ਪਰ ਦੂਸਰੇ ਪਾਸੇ ਜੋ ਈਸਰ ਸੀ ਉਹ ਵਿਚਾਰਾ ਨੀਵੀਂ ਪਾਈ ਖੜੋਤਾ ਸੀ ਤੇ ਉਸ ਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਉਸ ਦੇ ਉੱਪਰ ਕੋਈ ਢੇਗਾ ਡਿੱਗੀ ਹੋਵੇ, ਕੋਈ ਪਹਾੜ ਆ ਡਿੱਗਾ ਹੋਵੇ। ਠੀਕ ਹੈ। ਮਤਲਬ ਕਿ ਉਹ ਦੁਚਿੱਤੀ ਵਿੱਚ ਪੈ ਗਿਆ ਸੀ ਕਿ ਹੁਣ ਕੀ ਕੀਤਾ ਜਾਵੇ। ਪਰ ਮੁੰਨੋ ਉਸ ਨੂੰ ਬਾਹੋਂ ਫੜ ਕੇ ਬਾਹਰ ਲੈ ਆਉਂਦੀ ਹੈ ਤੇ ਬੂਹੇ ਤਾਈਂ ਛੱਡ ਆਉਂਦੀ ਹੈ ਤੇ ਈਸਰ ਚੁੱਪ ਚਪੀਤਾ ਮੰਡੀ ਦੇ ਰਾਹ ਪੈ ਜਾਂਦਾ ਹੈ। ਠੀਕ ਹੈ। ਹੁਣ ਇਸ ਤੋਂ ਬਾਅਦ ਅਸੀਂ ਨੈਕਸਟ ਪੇਜ ਨੰਬਰ 42 ਦੀ ਰੀਡਿੰਗ ਸ਼ੁਰੂ ਕਰਨੀ ਹੈ। ਸਭ ਤੋਂ ਪਹਿਲਾਂ ਅਸੀਂ ਪੇਜ ਨੰਬਰ 42 ਤੇ ਜੋ ਔਖੇ ਸ਼ਬਦ ਆਏ ਹਨ ਉਹਨਾਂ ਦੇ ਅਰਥ ਡਿਸਕਸ ਕਰਾਂਗੇ। ਫਸਟ ਵਰਡ ਹੈ ਹੱਥ ਹੱਥ ਉੱਚੀ ਤੁਰ ਰਹੀ ਸੀ। ਹੱਥ ਹੱਥ ਉੱਚੇ ਤੁਰਨਾ, ਬਹੁਤ ਖੁਸ਼ ਹੋਣਾ। ਅੰਗ ਸਾਖ, ਰਿਸ਼ਤੇਦਾਰ। ਅੱਖ ਉੱਚੀ ਨਹੀਂ ਸੀ ਕਰ ਸਕਦੀ, ਸ਼ਰਮਿੰਦਗੀ ਮਹਿਸੂਸ ਕਰਨਾ। ਅਗਲਾ ਵਰਡ ਆਇਆ ਰੂਪ ਲੋਹੜੇ ਦਾ ਚੜ੍ਹਿਆ ਹੋਇਆ ਸੀ, ਬਹੁਤ ਸੋਹਣਾ ਲੱਗਣਾ। ਪਿਆਜੀ, ਪਿਆਜੀ ਮਤਲਬ ਪਿਆਜ਼ ਵਰਗਾ ਰੰਗ। ਠੀਕ ਹੈ। ਸਿਰਕੇ, ਸਿਰਕੇ ਦਾ ਅਰਥ ਹੈ ਦੁਪੱਟਾ। ਨੈਕਸਟ ਵਰਡ ਹੈ ਅੰਗ ਪਾਰੇ ਵਾਂਗ ਥਰਕਣ ਲੱਗ ਪਏ। ਅੰਗ ਅੰਗ ਮਟਕਾਉਣਾ। ਵਰਡ ਇੱਥੇ ਆਇਆ ਹੱਥ ਅੰਬ ਚੱਲੇ ਸਨ, ਮਤਲਬ ਕਿ ਹੱਥ ਥੱਕ ਚੱਲੇ ਸਨ। ਨੈਕਸਟ ਹੈ ਖੁਮਾਰੀ ਚੜ੍ਹਦੀ ਜਾਂਦੀ ਸੀ, ਮਸਤੀ ਚੜ੍ਹਦੀ ਜਾ ਰਹੀ ਸੀ। ਖਾਸਾ, ਕਾਫੀ। ਲੋਰ, ਮਸਤੀ। ਨੈਕਸਟ ਵਰਡ ਹੈ ਆਂਗੂ। ਆਂਗੂ ਮਤਲਬ ਵਾਂਗ, ਦਗਦੀਆਂ, ਚਮਕਦੀਆਂ। ਆਹੂ ਲਾ ਦਿੰਦੀ। ਆਹੂ ਲਾਉਣਾ ਮਤਲਬ ਕਤਲੇਆਮ ਕਰਨਾ, ਕਤਲ ਕਰਨਾ। ਹੁੰਗਾਰਾ ਭਰਿਆ, ਹਾਮੀ ਭਰੀ। ਵਛਰੂ, ਵੱਛਾ। ਸੂਮਪੁਣਾ, ਕੰਜੂਸੀ। ਖਾੜੇ, ਅਖਾੜੇ। ਬੋਲੀ ਦੇ ਤੋੜੇ ਨਾਲ ਬੋਲੀ ਤੇ ਬੋਲੀ ਪਾਉਣੀ। ਠੀਕ ਹੈ। ਪਿਲੱਤਣ, ਪੀਲਾਪਨ। ਗਿੱਧੇ ਦੀ ਤਾਲ ਉਖੜਨ ਲੱਗ ਪਈ, ਗਿੱਧਾ ਮੱਠਾ ਪੈ ਗਿਆ। ਹੁਣ ਇਸ ਤੋਂ ਬਾਅਦ ਅਸੀਂ ਪੇਜ ਨੰਬਰ 42 ਦੀ ਰੀਡਿੰਗ ਸ਼ੁਰੂ ਕਰਾਂਗੇ। ਤੇ ਫਿਰ ਜਿਵੇਂ ਨਾਨਕਾ ਮੇਲ ਈਸਰ ਦੀ ਭੈਣ ਦੇ ਸਹੁਰੀ ਆਇਆ, ਉਦੇ ਮੁੰਨੋ ਧਰਤੀ ਤੋਂ ਹੱਥ ਹੱਥ ਉੱਚੀ ਤੁਰ ਰਹੀ ਸੀ। ਉਹਦੇ ਨਵੇਂ ਫੈਸ਼ਨ ਦੇ ਕਾਂਟਿਆਂ ਤੇ ਸੁੱਚੇ ਤਿਉਰਾਂ ਦੀ ਚਰਚਾ ਅੰਗ ਸਾਖ ਕਰ ਰਹੇ ਸਨ। ਉਹਦੀ ਜਠਾਣੀ ਤੋਂ ਜਿਹੜੀ ਕਿਦੇ ਦੀ ਠੂਹੇ ਵਾਂਗ ਟੱਪਦੀ ਫਿਰਦੀ ਸੀ, ਮੱਖੀ ਨਹੀਂ ਸੀ ਉੱਡਦੀ। ਮੁੰਨੋ ਮੁੜ ਮੁੜ ਆਪਣੀ ਜਠਾਣੀ ਵੱਲ ਝਾਕਦੀ, ਪਰ ਉਹ ਅੱਗੋਂ ਅੱਖ ਉੱਚੀ ਨਹੀਂ ਸੀ ਕਰ ਸਕਦੀ। ਇੱਥੇ ਦੱਸਿਆ ਗਿਆ ਹੈ ਕਿ ਇਸ ਤਰ੍ਹਾਂ ਜਦੋਂ ਨਾਨਕਾ ਮੇਲ ਈਸਰ ਦੀ ਭੈਣ ਦੇ ਘਰ ਪਹੁੰਚਦਾ ਹੈ ਤਾਂ ਉਸ ਸਮੇਂ ਮੁੰਨੋ ਧਰਤੀ ਤੋਂ ਹੱਥ ਹੱਥ ਉੱਚੀ ਤੁਰ ਰਹੀ ਸੀ, ਭਾਵ ਕਿ ਉਹ ਫੁੱਲੀ ਨਹੀਂ ਸਮਾ ਰਹੀ ਸੀ। ਕਿਉਂ ਨਹੀਂ ਫੁੱਲੀ ਸਮਾ ਰਹੀ ਸੀ? ਕਿਉਂਕਿ ਸਾਰੇ ਅੰਗ ਸਾਖ ਉਸ ਦੇ ਨਵੇਂ ਫੈਸ਼ਨ ਦੇ ਕਾਂਟਿਆਂ ਤੇ ਸੁੱਚੇ ਤਿਉਰਾਂ ਭਾਵ ਕੱਪੜਿਆਂ ਦੀ ਹੀ ਚਰਚਾ ਕਰ ਰਹੇ ਸਨ। ਤੇ ਦੂਜੇ ਪਾਸੇ ਜੋ ਉਸ ਦੀ ਜਠਾਣੀ ਸੀ, ਜਿਹੜੀ ਕਿ ਪਹਿਲਾਂ ਠੂਹੇ ਵਾਂਗ ਟੱਪਦੀ ਫਿਰਦੀ ਸੀ, ਜਿਸ ਨੇ ਸਾਰੇ ਪਿੰਡ ਵਿੱਚ ਉਹਨਾਂ ਸੰਬੰਧੀ ਗੁੱਡਾ ਬੰਨਿਆ ਹੋਇਆ ਸੀ, ਪਰ ਅੱਜ ਉਸ ਕੋਲੋਂ ਅੱਖ ਉੱਚੀ ਨਹੀਂ ਕੀਤੀ ਜਾ ਰਹੀ ਸੀ। ਠੀਕ ਹੈ। ਨੈਕਸਟ ਦੇਖੋ, ਜੰਝ ਤੋਰ ਕੇ ਮੇਲਣਾ ਜਦੋਂ ਗਿੱਧਾ ਪਾਉਣ ਲੱਗੀਆਂ ਤਾਂ ਮੁੰਨੋ ਨੱਚਣ ਲਈ ਆਪੇ ਵਿਚਾਲੇ ਆ ਖੜੋਤੀ। ਉਂਝ ਵੀ ਨਾਨਕੇ ਮੇਲ ਵਿੱਚੋਂ ਉਹ ਉਮਰੋਂ ਸਭ ਤੋਂ ਛੋਟੀ ਸੀ ਤੇ ਰੂਪ ਵੀ ਅੱਜ ਉਹਦੇ ਉੱਤੇ ਲੋਹੜੇ ਦਾ ਚੜ੍ਹਿਆ ਹੋਇਆ ਸੀ। ਮੇਲਣਾ ਨੇ ਗਿੱਧਾ ਸ਼ੁਰੂ ਕੀਤਾ। ਅਕੇਰਾ ਤਾਂ ਮੁੰਨੋ ਦੀਆਂ ਗੱਲਾਂ ਸੰਗ ਨਾਲ ਉਹਦੇ ਹਵਾ ਪਿਆਜੀ ਸਿਰਕੇ ਵਰਗੀਆਂ ਹੋ ਗਈਆਂ, ਪਰ ਬਿੰਦ ਕੁ ਪਿੱਛੋਂ ਅੱਡੀ ਗਿੱਧੇ ਦੀ ਤਾਲ ਨਾਲ ਵੱਜਣ ਲੱਗ ਪਈ। ਸਾਰੇ ਅੰਗ
ਪਾਰੇ ਵਾਂਗ ਥਰਕਣ ਲੱਗ ਪਏ। ਸਿਰਕੇ ਦੀਆਂ ਕੰਨੀਆਂ ਫੜ ਕੇ ਜਦੋਂ ਉਹਨੇ ਗੇੜਾ ਦਿੱਤਾ, ਲੱਕ ਸੱਪਣੀ ਵਾਂਗ ਸੱਤ ਵੱਲ ਖਾ ਗਿਆ। ਉਹਦੀਆਂ ਅੱਡੀਆਂ ਨਾਲ ਵਿਹੜੇ ਵਿੱਚ ਪੰਜੇਬਾਂ ਦੇ ਘੁੰਗਰੂਆਂ ਵਾਂਗ ਜੰਜੀਰੀ ਉਲੀਕੀ ਗਈ ਸੀ। ਗਿੱਧਾ ਪਾਉਂਦਿਆਂ ਮੇਲਣਾ ਦੇ ਹੱਥ ਅੰਬ ਚੱਲੇ ਸਨ, ਪਰ ਮੁੰਨੋ ਨੂੰ ਸਗੋਂ ਹੋਰ ਖੁਮਾਰੀ ਚੜ੍ਹਦੀ ਜਾਂਦੀ ਸੀ। ਇਹ ਸਟੂਡੈਂਟ, ਹੁਣ ਇੱਥੇ ਦੱਸਿਆ ਗਿਆ ਹੈ ਕਿ ਜਦੋਂ ਪੁਰਾਣੇ ਸਮੇਂ ਵਿੱਚ ਬਰਾਤ ਘਰੋਂ ਚਲੇ ਜਾਂਦੀ ਸੀ ਤਾਂ ਉਸ ਸਮੇਂ ਔਰਤਾਂ ਮਿਲ ਕੇ ਗਿੱਧਾ ਪਾਉਂਦੀਆਂ ਸਨ, ਅਤੇ ਇਸੇ ਤਰ੍ਹਾਂ ਹੀ ਜਦੋਂ ਜੰਝ ਤੋਰ ਕੇ ਮੇਲਣਾ ਗਿੱਧਾ ਪਾਉਣ ਲੱਗੀਆਂ ਤਾਂ ਮੁੰਨੋ ਖੁਦ ਹੀ ਨੱਚਣ ਲਈ ਸਭ ਦੇ ਵਿਚਕਾਰ ਆ ਖਲੋਤੀ, ਅਤੇ ਨਾਲ ਹੀ ਉਹ ਨਾਨਕੇ ਮੇਲ ਵਿੱਚੋਂ ਸਭ ਤੋਂ ਛੋਟੀ ਵੀ ਸੀ, ਅਤੇ ਦੂਸਰਾ ਅੱਜ ਉਹ ਬਹੁਤ ਹੀ ਸੋਹਣੀ ਲੱਗ ਰਹੀ ਸੀ। ਠੀਕ ਹੈ, ਸੋ ਇਸ ਤਰ੍ਹਾਂ ਜਦੋਂ ਮੇਲਣਾ ਨੇ ਗਿੱਧਾ ਪਾਉਣਾ ਸ਼ੁਰੂ ਕੀਤਾ, ਇੱਕ ਵਾਰ ਤਾਂ ਮੁੰਨੋ ਦੀਆਂ ਗੱਲਾਂ ਸੰਗ ਦੇ ਨਾਲ ਜੋ ਉਸਨੇ ਦੁਪੱਟਾ ਲਿਆ ਹੋਇਆ ਸੀ ਹਵਾ ਪਿਆਜੀ ਰੰਗ ਦਾ, ਉਸ ਵਾਂਗ ਹੋ ਗਈਆਂ ਸਨ। ਪਰ ਫਿਰ ਜਦੋਂ ਗਿੱਧਾ ਪੈਣਾ ਸ਼ੁਰੂ ਹੋ ਗਿਆ ਤਾਂ ਉਸਦੇ ਸਾਰੇ ਅੰਗ ਪਾਰੇ ਵਾਂਗ ਥਰਕਣ ਲੱਗ ਪਏ। ਜਦੋਂ ਉਸਨੇ ਆਪਣੇ ਦੁਪੱਟੇ ਨੂੰ ਫੜ ਕੇ ਗਿੱਧੇ ਵਿੱਚ ਗੇੜਾ ਦਿੱਤਾ ਤਾਂ ਉਸ ਦਾ ਲੱਕ ਇਸ ਤਰ੍ਹਾਂ ਵੱਲ ਖਾ ਗਿਆ ਜਿਵੇਂ ਕਿ ਇੱਕ ਸੱਪਣੀ ਵੱਲ ਖਾਂਦੀ ਹੈ। ਇੱਥੋਂ ਤੱਕ ਕਿ ਉਸ ਦੀਆਂ ਅੱਡੀਆਂ ਦੀ ਧਮਕ ਵੀ ਇਸ ਤਰ੍ਹਾਂ ਪੈ ਰਹੀ ਸੀ ਜਿਵੇਂ ਜੋ ਪੰਜੇਬਾਂ ਦੇ ਘੁੰਗਰੂ ਹੁੰਦੇ ਹਨ, ਉਹਨਾਂ ਦੀ ਆਵਾਜ਼ ਦੇ ਨਾਲ ਇੱਕ ਜੰਜੀਰੀ ਜੀ ਉਲੀਕੀ ਜਾਂਦੀ ਹੈ, ਉਸੇ ਤਰ੍ਹਾਂ ਹੀ ਉਸ ਦੀਆਂ ਅੱਡੀਆਂ ਦੇ ਨਾਲ ਧਮਕ ਪੈ ਰਹੀ ਸੀ। ਠੀਕ ਹੈ, ਦੂਸਰੇ ਪਾਸੇ ਜੋ ਮੇਲਣਾ ਗਿੱਧਾ ਪਾ ਰਹੀਆਂ ਸਨ, ਉਹਨਾਂ ਦੇ ਹੱਥ ਗਿੱਧਾ ਪਾ ਪਾ ਕੇ ਥੱਕ ਰਹੇ ਸਨ, ਪਰ ਜੋ ਮੁੰਨੋ ਸੀ ਉਹ ਇੰਨੀ ਖੁਸ਼ ਸੀ ਕਿ ਉਸ ਨੂੰ ਹੋਰ ਮਸਤੀ ਚੜ੍ਹਦੀ ਜਾ ਰਹੀ ਸੀ। ਠੀਕ ਹੈ, ਨੈਕਸਟ ਦੇਖੋ, ਗਲੀ ਵਿੱਚ ਪਿੰਡ ਦੇ ਗੱਭਰੂਆਂ ਦਾ ਖਾਸਾ ਇਕੱਠ ਹੋ ਗਿਆ ਸੀ। ਕਈ ਗਿੱਧੇ ਦੀ ਲੋਰ ਵਿੱਚ ਆਏ ਮੇਲਣਾ ਦੇ ਹੋਰ ਨੇੜੇ ਹੁੰਦੇ ਜਾਂਦੇ ਸਨ। ਮਿੱਤਰਾ ਰੰਨ ਦੀਆਂ ਅੱਖਾਂ ਵੇਖ ਕਿਵੇਂ ਨਗਾਂ ਵਾਂਗੂ ਦਗਦੀਆਂ। ਗਿੱਧੇ ਵਾਲੀਆਂ ਦੇ ਨੇੜੇ ਆਏ ਦੋ ਗੱਭਰੂਆਂ ਵਿੱਚੋਂ ਇੱਕ ਨੇ ਨਾਲ ਦੇ ਨੂੰ ਕਿਹਾ, ਕੀ ਪੁੱਛਦਾ ਹੈ? ਦੂਜੇ ਨੇ ਮਸਤੀ ਨਾਲ ਜਵਾਬ ਦਿੱਤਾ, ਪਰ ਜੇ ਕਿਤੇ ਉੱਚਾ ਸਿਰ ਕਰਕੇ ਸੱਗੀ ਪਾਈ ਹੁੰਦੀ ਤਾਂ ਮਾਤੜ ਛੜਿਆਂ ਦੇ ਆਹੂ ਕਿਹੜਾ ਨਾ ਲਾ ਦਿੰਦੀ। ਗੱਲ ਤਾਂ ਤੇਰੀ ਪੱਕੀ ਹੈ। ਪਹਿਲੇ ਨੇ ਉਹਦੀ ਗੱਲ ਦਾ ਹੁੰਗਾਰਾ ਭਰਿਆ, ਕੱਲੇ ਫੁੱਲ ਤਾਂ ਊਂ ਵੱਛਰੂ ਦੇ ਸਿੰਗਾਂ ਵਾਂਗੂ ਲੱਗਦੇ ਐ, ਪਰ ਉਹ ਰੱਬ ਨੇ ਰੂਪ ਦੇਣ ਵੇਲੇ ਭੋਰਾ ਸੂੰਪੁਣਾ ਨਹੀਂ ਕੀਤਾ, ਜਿਵੇਂ ਕਿਤੇ ਵਿਹਲਾ ਬਹਿ ਕੇ ਘੜੀ ਹੁੰਦੀ ਹੈ, ਕਿਤੇ ਤਥਾ ਨਹੀਂ ਛੱਡੀ, ਜਮਾ ਇੰਦਰ ਦੇ ਖਾੜੇ ਦੀ ਪਰੀ ਲੱਗਦੀ ਹੈ। ਇਹ ਸਟੂਡੈਂਟ, ਹੁਣ ਇੱਥੇ ਸਪਸ਼ਟ ਕੀਤਾ ਗਿਆ ਹੈ ਕਿ ਜਦੋਂ ਮੇਲਣਾ ਗਿੱਧਾ ਪਾਉਣਾ ਸ਼ੁਰੂ ਕਰ ਦਿੰਦੀਆਂ ਹਨ ਤਾਂ ਉਸ ਸਮੇਂ ਪਿੰਡ ਦੇ ਗੱਭਰੂ ਮੇਲਣਾ ਦਾ ਗਿੱਧਾ ਵੇਖਣ ਲਈ ਗਲੀ ਵਿੱਚ ਇਕੱਠੇ ਹੋ ਜਾਂਦੇ ਹਨ ਅਤੇ ਉਹ ਮੁੰਨੋ ਦੇ ਸੁਹੱਪਣ ਦੀ ਤਾਰੀਫ ਕਰਦੇ ਹਨ। ਉਸ ਦੀਆਂ ਅੱਖਾਂ ਦੀ ਤੁਲਨਾ ਨਗਾਂ ਦੇ ਨਾਲ ਕਰਦੇ ਹਨ ਅਤੇ ਨਾਲ ਹੀ ਉਸ ਨੂੰ ਇੰਦਰ ਦੇ ਖਾੜੇ ਦੀ ਪਰੀ ਵੀ ਆਖਦੇ ਹਨ। ਪਰ ਦੂਜੇ ਪਾਸੇ ਉਹ ਮੁੰਨੋ ਦੇ ਸਿਰ 'ਤੇ ਸੱਗੀ ਨਾ ਹੋਣ ਕਾਰਨ ਵਿਅੰਗ ਕੱਸਦੇ ਹੋਏ ਆਖਦੇ ਹਨ ਕਿ ਜੇ ਉਸਨੇ ਉੱਚਾ ਸਿਰ ਕਰਕੇ ਸੱਗੀ ਪਾਈ ਹੁੰਦੀ ਤਾਂ ਉਸਨੇ ਮਾਤਰ ਛੜਿਆਂ ਦੇ ਆਹੂ ਲਾ ਦੇਣੇ ਸੀ, ਪਰ ਇਕੱਲੇ ਫੁੱਲ ਤਾਂ ਸਿਰਫ ਵੱਛੇ ਦੇ ਸਿੰਗਾਂ ਵਾਂਗ ਹੀ ਲੱਗ ਰਹੇ ਹਨ। ਨੈਕਸਟ ਦੇਖੋ, ਗਿੱਧਾ ਮੱਠਾ ਪੈਂਦਾ ਪੈਂਦਾ ਬੰਦ ਹੋ ਗਿਆ। ਕੋਈ ਮੇਲਣ ਬੋਲੀ ਪਾਉਣ ਲੱਗੀ ਸੀ। ਬੋਲੀ ਦੇ ਤੋੜੇ ਨਾਲ ਗਿੱਧੇ ਦੀ ਧਮਕਾਰ ਫੇਰ ਪੈਣ ਲੱਗ ਪਈ, ਪਰ ਹੁਣ ਮੁੰਨੋ ਦੀ ਅੱਡੀ ਦਾ ਤਾਲ ਥਿੜਕਣ ਲੱਗ ਪਿਆ ਸੀ। ਸਾਰੇ ਅੰਗ ਜਿਵੇਂ ਸਿੱਲ ਪੱਥਰ ਹੁੰਦੇ ਜਾਂਦੇ ਸਨ। ਮੂੰਹ ਉੱਤੇ ਪਿਲੱਤਣ ਆ ਗਈ ਸੀ। ਉਹਦੇ ਥਿੜਕਦੇ ਪੈਰਾਂ ਨਾਲ ਗਿੱਧੇ ਦੀ ਤਾਲ ਵੀ ਉਖੜਨ ਲੱਗ ਪਈ ਸੀ। ਹਾਂਜੀ, ਇਸ ਪੈਰੇ ਵਿੱਚ ਇਹ ਸਪਸ਼ਟ ਕੀਤਾ ਗਿਆ ਹੈ ਕਿ ਜਦੋਂ ਗਿੱਧਾ ਮੱਠਾ ਪੈਂਦਾ ਪੈਂਦਾ ਬੰਦ ਹੋ ਜਾਂਦਾ ਹੈ ਤਾਂ ਉਸ ਸਮੇਂ ਫਿਰ ਕੋਈ ਮੇਲਣ ਬੋਲੀ 'ਤੇ ਬੋਲੀ ਪਾਉਣੀ ਸ਼ੁਰੂ ਕਰ ਦਿੰਦੀ ਹੈ ਅਤੇ ਫਿਰ ਗਿੱਧੇ ਦੀ ਧਮਕਾਰ ਪੈਣੀ ਸ਼ੁਰੂ ਹੋ ਜਾਂਦੀ ਹੈ। ਪਰ ਮੁੰਨੋ ਦਾ ਗਿੱਧਾ ਮੱਠਾ ਪੈ ਜਾਂਦਾ ਹੈ, ਕਿਉਂਕਿ ਜਦੋਂ ਪਿੰਡ ਦੇ ਗੱਭਰੂਆਂ ਦੁਆਰਾ ਬੋਲੇ ਗਏ ਇਹ ਸ਼ਬਦ ਉਸ ਦੇ ਕੰਨੀ ਟਕਰਾਉਂਦੇ ਹਨ ਕਿ ਇਕੱਲੇ ਫੁੱਲ ਤਾਂ ਵੱਛੇ ਦੇ ਸਿੰਗਾਂ ਵਾਂਗ ਲੱਗਦੇ ਹਨ, ਤਾਂ ਉਸ ਸਮੇਂ ਉਸ ਦੇ ਚਿਹਰੇ 'ਤੇ ਪੀਲਾਪਨ ਛਾ ਜਾਂਦਾ ਹੈ ਅਤੇ ਉਸ ਦੇ ਗਿੱਧੇ ਦਾ ਤਾਲ ਵੀ ਉਖੜਨ ਲੱਗ ਪੈਂਦਾ ਹੈ, ਅਰਥਾਤ ਕਿ ਉਸ ਦਾ ਗਿੱਧਾ ਮੱਠਾ ਪੈ ਜਾਂਦਾ ਹੈ। ਠੀਕ ਹੈ, ਨੈਕਸਟ ਬੇਟਾ ਕੁਝ ਲਾਈਨਾਂ 43 ਪੇਜ ਦੇ ਉੱਪਰ ਹਨ। ਪਹਿਲਾਂ ਅਸੀਂ ਇਸ ਪੇਜ 'ਤੇ ਜੋ ਔਖੇ ਸ਼ਬਦ ਹਨ ਉਹਨਾਂ ਦੇ ਅਰਥ ਡਿਸਕਸ ਕਰਾਂਗੇ। ਫਸਟ ਵਰਡ ਹੈ ਮਲਵੀ ਜੀਭ ਨਾਲ, ਮਤਲਬ ਕਿ ਗੱਲ ਮੂੰਹ 'ਚ ਰੱਖਣਾ। ਠੀਕ ਹੈ, ਖੁੱਲ੍ਹ ਕੇ ਨਾ ਬੋਲਣਾ। ਨੈਕਸਟ ਵਰਡ ਹੈ ਤਾੜ ਗਈਆਂ, ਸਮਝ ਗਈਆਂ। ਜੁੱਟਾ, ਦੋਸਤਾ। ਹੁਣ ਅਸੀਂ ਪੇਜ ਨੰਬਰ 43 ਦੀ ਰੀਡਿੰਗ ਕਰਾਂਗੇ। ਗਿੱਧਾ ਬੰਦ ਹੋ ਗਿਆ,
ਮੁੰਨੋ ਸੱਜੇ ਪੈਰ ਦਾ ਗਿੱਟਾ ਫੜ ਕੇ ਬਹਿ ਗਈ। ਕੁੜੇ ਕੀ ਹੋਇਆ? ਸਾਰਿਆਂ ਨੇ ਹੈਰਾਨੀ ਨਾਲ ਇੱਕੋ ਵਾਰੀ ਪੁੱਛਿਆ। ਗਿੱਟੇ ਨੂੰ ਮੋਚ ਆ ਗਈ, ਮੁੰਨੋ ਨੇ ਮਲਵੀ ਜੀਭ ਨਾਲ ਜਵਾਬ ਦਿੱਤਾ। ਪਰ ਸਿਆਣੀਆਂ ਤਾੜ ਗਈਆਂ, ਮੋਚ ਉਹਦੇ ਕਿਤੇ ਹੋਰ ਆਈ ਸੀ। ਮੇਲਣ ਨੂੰ ਤਾਂ ਜੁੱਟਾ ਨਜ਼ਰ ਲੱਗ ਗਈ। ਉਹਨਾਂ ਦੋਹਾਂ ਗੱਭਰੂਆਂ ਵਿੱਚੋਂ ਇੱਕ ਨੇ ਕਿਹਾ ਤੇ ਚੁੱਪ ਕਰਕੇ ਤੁਰ ਗਏ। ਹੁਣ ਦੇਖੋ ਇੱਥੇ ਦੱਸਿਆ ਗਿਆ ਕਿ ਜਦੋਂ ਮੁੰਨੋ ਦਾ ਗਿੱਧਾ ਬੰਦ ਹੋ ਜਾਂਦਾ ਹੈ ਤਾਂ ਉਹ ਸੱਜੇ ਪੈਰ ਦਾ ਗਿੱਟਾ ਫੜ ਕੇ ਬੈਠ ਜਾਂਦੀ ਹੈ। ਪਰ ਉਸ ਸਮੇਂ ਜਦੋਂ ਉਸ ਨੂੰ ਕੁਝ ਔਰਤਾਂ ਉਸਦੇ ਇਸ ਤਰ੍ਹਾਂ ਬੈਠਣ ਦਾ ਕਾਰਨ ਪੁੱਛਦੀਆਂ ਹਨ ਤਾਂ ਮੁੰਨੋ ਮਲਵੀ ਜੀਭ ਨਾਲ ਜਵਾਬ ਦਿੰਦੇ ਹੋਏ ਕਹਿੰਦੀ ਹੈ ਕਿ ਉਸਦੇ ਗਿੱਟੇ ਨੂੰ ਮੋਚ ਆ ਗਈ ਹੈ। ਪਰ ਜੋ ਸਿਆਣੀਆਂ ਔਰਤਾਂ ਸਨ, ਜੋ ਸਿਆਣੀਆਂ ਮੇਲਣਾਂ ਸਨ, ਉਹਨਾਂ ਨੂੰ ਸਮਝ ਆ ਗਈ ਸੀ ਕਿ ਮੋਚ ਉਹਦੇ ਕਿਤੇ ਹੋਰ ਆਈ ਹੈ। ਭਾਵ ਕਿ ਉਸਨੇ ਗੱਭਰੂਆਂ ਦੁਆਰਾ ਕੀਤਾ ਹੋਇਆ ਵਿਅੰਗ ਸੁਣ ਲਿਆ ਹੈ ਕਿ ਇਕੱਲੇ ਫੁੱਲ ਤਾਂ ਵੱਛੇ ਦੇ ਸਿੰਗਾਂ ਵਾਂਗ ਲੱਗ ਰਹੇ ਹਨ। ਠੀਕ ਹੈ, ਫਿਰ ਇਸੇ ਤਰ੍ਹਾਂ ਹੀ ਜੋ ਪਿੰਡ ਦੇ ਦੋ ਗੱਭਰੂ ਸਨ ਜੋ ਮੁੰਨੋ ਦੇ ਸੁਹੱਪਾਂ ਦੀ ਤਾਰੀਫ ਕਰ ਰਹੇ ਸਨ, ਉਹਨਾਂ ਵਿੱਚੋਂ ਇੱਕ ਆਖਦਾ ਹੈ ਕਿ ਮੇਲਣ ਨੂੰ ਤੇ ਜੁੱਟਾ ਨਜ਼ਰ ਲੱਗ ਗਈ ਹੈ। ਠੀਕ ਹੈ, ਭਾਵ ਕਿ ਉਸ ਦਾ ਗਿੱਧਾ ਹੁਣ ਬੰਦ ਹੋ ਗਿਆ ਹੈ ਤੇ ਇਹ ਕਹਿੰਦੇ ਹੋਏ ਉਹ ਉੱਥੋਂ ਚੁੱਪ ਕਰਕੇ ਚਲੇ ਜਾਂਦੇ ਹਨ। ਓਕੇ ਬੇਟਾ, ਇੱਥੇ ਤੱਕ ਸਾਡੀ ਸੱਗੀ ਫੁੱਲ ਕਹਾਣੀ ਦੀ ਰੀਡਿੰਗ ਕੰਪਲੀਟ ਹੋ ਗਈ ਹੈ ਅਤੇ ਹੁਣ ਨੈਕਸਟ ਤੁਸੀਂ ਇਹ ਫੁੱਲ ਕਹਾਣੀ ਦੁਬਾਰਾ ਰੀਡ ਕਰਨੀ ਹੈ। ਥੈਂਕ ਯੂ।